एक कुर्सी बचाने लई सुखबीर सिंह बादल ने हरसिमरत कौर की कैबिनेट की कुर्सी बचाने लई करोड़ों किसानों नूं धोखा दिता है। केंद्र की सरकार नूं पता है कि पंजाब दा किसान खेतीबाड़ी के सिर ते खुशहाल हो रहा, तो केंद्र सरकार मोदी सरकार तो साडी किसानी जिहड़ी पहले ही करजे की मार च आई हुई है, वो इन्हां तो ये भी बर्दाश्त नहीं हो रही। ਜਦੋਂ ਵਪਾਰੀਆਂ ਨੇ ਸਾਰਾ ਸਟਾਕ ਇਕੱਠਾ ਕਰ ਲਿਆ ਤਾਂ ਫਿਰ ਉਹ ਆਪਣੀ ਮਨਮਰਜ਼ੀ ਦੇ ਰੇਟ ਵਸੂਲਣਗੇ, ਕਿਉਂਕਿ ਪਹਿਲਾਂ ਵੀ ਲੋਕ ਜਦੋਂ ਕਣਕ ਦਾ ਰੇਟ ਵੱਧ ਜਾਂਦਾ ਚੱਕੀਆਂ ਵਾਲੇ ਭਰਾਵਾਂ ਨੂੰ ਵੇਚਦੇ ਸੀ। ਮਤਲਬ ਇਸ ਦਾ ਕੋਈ ਤਰਕ ਜਾਂ ਲੌਜਿਕ ਨਹੀਂ ਹੈਗਾ ਕਿ ਅਸੀਂ ਫਸਲ ਕਿਸਾਨ ਕਿਤੇ ਵੀ ਬਾਹਰ ਵੇਚ ਲਵੇ। ਪੰਜਾਬ ਦਾ ਜਿਹੜਾ ਕਿਸਾਨ ਆ ਉਹ ਕਣਕ ਉਹ ਆਪਣੀ ਫਸਲ ਜੀਰੀ ਹੋ ਗਈ, ਝੋਨਾ ਹੋ ਗਿਆ, ਇਹਨਾਂ ਵਪਾਰੀਆਂ ਨੇ ਹਜ਼ਾਰ ਰੁਪਏ ਨੂੰ ਵੀ ਲੈਣ ਤੋਂ ਮਨਾ ਕਰ ਦੇਣਾ। ਜਦੋਂ ਵਪਾਰੀ ਨੇ ਕਹਿਣਾ ਮੈਂ ਤਾਂ ਲੈਣੀ ਹੋਣੀ 2500 ਨੂੰ, ਤੁਸੀਂ ਕੀ ਕਰੋਗੇ? ਤੁਸੀਂ ਕਿੰਨਾ ਚਿਰ ਉਹ ਕਣਕ ਜਾਂ ਜੀਰੀ ਘਰੇ ਸਟੋਰ ਕਰ ਲਓਗੇ? ਕਿੰਨਾ ਚਿਰ ਉਹ ਸਟਾਕ ਨੂੰ ਆਪਣੇ ਕੋਲ ਰੱਖੋਗੇ? ਇਹ ਵਪਾਰੀ ਆਪਣੇ ਗਡਾਊਨ ਬਣਾਉਣਗੇ, ਸਿੱਧੀ ਫਸਲ ਖਰੀਦਣਗੇ, ਸਰਕਾਰ ਨੂੰ ਕਰੋੜ ਹਜ਼ਾਰਾਂ ਕਰੋੜ ਦਾ ਹਰ ਸਾਲ ਚੂਨਾ ਲੱਗਿਆ ਕਰੂਗਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ। ਮੈਂ ਰਜਿੰਦਰ ਭੱਟ। ਅੱਜ ਅਸੀਂ MSP ਮੁੱਦੇ 'ਤੇ ਗੱਲ ਕਰ ਰਹੇ ਹਾਂ ਕਿ ਜਿਵੇਂ ਕਿ ਉੱਥੇ ਕਾਂਗਰਸ ਪਾਰਟੀ ਵੱਲੋਂ ਵੀ MSP ਮੁੱਦੇ ਦਾ ਵਿਰੋਧ ਕੀਤਾ ਜਾਂਦਾ ਅਤੇ ਆਮ ਆਦਮੀ ਪਾਰਟੀ ਦੇ ਅਤੇ ਹੋਰ ਅਦਰ ਪਾਰਟੀਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ, ਕਿਉਂਕਿ ਜੇ ਕਿ ਮੰਡੀਕਰਨ ਟੁੱਟਦਾ ਤਾਂ ਕਿਸਾਨਾਂ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਅਤੇ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਸ਼ਪਿੰਦਰ ਸਿੰਘ, ਉਹਨਾਂ ਨਾਲ ਗੱਲ ਕਰਦੇ ਹਾਂ ਕਿ MSP ਟੁੱਟਣ ਨਾਲ ਕੀ ਜਿਹੜਾ ਕਿ ਮੰਡੀਕਰਨ ਜਿਵੇਂ ਟੁੱਟਦਾ ਤਾਂ ਕਿਸਾਨਾਂ ਨੂੰ ਕੀ ਨੁਕਸਾਨ ਹੁੰਦਾ ਹੈ। ਸਵਾਗਤ ਹੈ ਜੀ ਤੁਹਾਡਾ। ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਰਜਿੰਦਰ ਭੱਟ ਵੀਰ ਜੀ ਦਾ, ਤੁਸੀਂ ਸਾਨੂੰ ਸਮਾਂ ਦਿੱਤਾ। ਇੱਕ ਮੈਂ ਛੋਟੀ ਜੀ ਗੱਲ ਸਾਂਝੀ ਕਰਨੀ ਚਾਹੁੰਦਾ ਸਾਡੇ ਹਲਕਾ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਨਾਲ ਤੇ ਪੰਜਾਬ ਦੇ ਕਿਸਾਨਾਂ ਨਾਲ। ਮੰਡੀਕਰਨ ਬੋਰਡ ਹੁੰਦਾ ਕੀ ਹੈ? ਇਹ ਸਿਰਫ ਇੱਕ ਫਸਲ ਖਰੀਦਣ ਜਾਂ ਵੇਚਣ ਦਾ ਸਾਧਨ ਨਹੀਂ। ਮੰਡੀਕਰਨ ਬੋਰਡ ਨਾਲ ਹਜ਼ਾਰਾਂ ਜ਼ਿੰਦਗੀਆਂ, ਲੱਖਾਂ ਜ਼ਿੰਦਗੀਆਂ ਜੁੜੀਆਂ ਹੋਈਆਂ ਨੇ। ਸਾਡਾ ਆੜਤੀਆ, ਸਾਡੀਆਂ ਪੱਲੇਦਾਰ ਯੂਨੀਅਨਾਂ, ਸਾਡੇ ਮਜ਼ਦੂਰ ਭਾਈ ਸਾਰੇ ਇਹਨਾਂ ਮੰਡੀਕਰਨ ਬੋਰਡ 'ਚੋਂ ਕੰਮ ਕਰਕੇ ਆਪਣੀ ਰੋਜੀ ਰੋਟੀ ਚਲਾਉਂਦੇ ਨੇ। ਤੇ ਜਿਹੜੇ 3 ਆਰਡੀਨੈਂਸ ਕੇਂਦਰ ਦੀ ਸਰਕਾਰ ਲੈ ਕੇ ਆਈ ਆ, ਜਿਹਦੇ ਹੱਕ ਵਿੱਚ ਇੱਕ ਕੁਰਸੀ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਦੀ ਕੈਬਨਿਟ ਦੀ ਕੁਰਸੀ ਬਚਾਉਣ ਲਈ ਕਰੋੜਾਂ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਤੇ ਉਹ ਕਹਿ ਰਹੇ ਨੇ ਕਿ ਕਿਸਾਨ ਆਨਲਾਈਨ ਫਸਲਾਂ ਵੇਚ ਲੈਣ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੰਡੀ ਬੋਰਡ ਕੋਈ ਛੋਟੀ ਮੋਟੀ ਸੰਸਥਾ ਨਹੀਂ ਹੁੰਦੀ। ਸਾਡੇ ਪੰਜਾਬ ਦਾ ਮੰਡੀ ਬੋਰਡ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਦਾ ਮਾਲਕ ਆ, ਹਜ਼ਾਰਾਂ ਕਰੋੜ ਰੁਪਏ ਦੀ ਆਮਦਨ ਆ, ਹਜ਼ਾਰਾਂ ਕਰੋੜ ਦਾ ਖਰਚਾ ਜਦੋਂ ਸਰਕਾਰ ਨੂੰ ਹੁੰਦਾ, ਲੋੜ ਹੁੰਦੀ ਹੈ ਤਾਂ ਮੰਡੀ ਬੋਰਡ ਤੋਂ ਸਰਕਾਰ ਵੀ ਕਰਜ਼ਾ ਲੈਂਦੀ ਆ। ਤੇ ਮੰਡੀਕਰਨ ਬੋਰਡ ਦਾ ਮਕਸਦ ਕੀ ਹੁੰਦਾ? ਮੰਡੀਕਰਨ ਬੋਰਡ ਦਾ ਮਕਸਦ ਹੁੰਦਾ ਜਦੋਂ ਸਾਡੇ ਪੰਜਾਬ ਦੇ ਸਾਰੇ ਪਿੰਡ ਕੱਲੀਆਂ ਪਿੰਡਾਂ ਦੀਆਂ ਸੜਕਾਂ, ਲਿੰਕ ਸੜਕਾਂ ਮੰਡੀਆਂ ਨਾਲ ਜੁੜ ਜਾਂਦੀਆਂ ਨੇ, ਉਸ ਸਟੇਟ 'ਚ ਮੰਡੀਕਰਨ ਬੋਰਡ ਦਾ ਗਠਨ ਹੁੰਦਾ ਹੈ। ਹਿੰਦੁਸਤਾਨ 'ਚ UP ਬਿਹਾਰ 'ਚ ਮੰਡੀਕਰਨ ਬੋਰਡ ਨਹੀਂ ਹੈਗਾ। ਕਿਉਂਕਿ ਉੱਥੇ ਇਨਫਰਾਸਟਰਕਚਰ ਨਹੀਂ ਹੈਗਾ, ਉੱਥੇ ਸੜਕਾਂ ਨਹੀਂ ਹੈਗੀਆਂ। ਖੇਤਾਂ 'ਚੋਂ ਫਸਲ ਮੰਡੀਆਂ ਤੱਕ ਲਿਆਉਣੀ ਬਹੁਤ ਮੁਸ਼ਕਿਲ ਹੁੰਦੀ ਹੈ। ਤੇ ਕੇਂਦਰ ਦੀ ਸਰਕਾਰ ਨੂੰ ਪਤਾ ਹੈ ਕਿ ਪੰਜਾਬ ਦਾ ਕਿਸਾਨ ਖੇਤੀਬਾੜੀ ਦੇ ਸਿਰ ਤੇ ਖੁਸ਼ਹਾਲ ਹੋ ਰਿਹਾ, ਤਾਂ ਕੇਂਦਰ ਸਰਕਾਰ ਮੋਦੀ ਸਰਕਾਰ ਤੋਂ ਸਾਡੀ ਕਿਸਾਨੀ ਜਿਹੜੀ ਪਹਿਲਾਂ ਹੀ ਕਰਜ਼ੇ ਦੀ ਮਾਰ 'ਚ ਆਈ ਹੋਈ ਹੈ, ਉਹ ਇਹਨਾਂ ਤੋਂ ਇਹ ਵੀ ਬਰਦਾਸ਼ਤ ਨਹੀਂ ਹੋ ਰਹੀ। ਇਹਨਾਂ ਨੇ 3 ਆਰਡੀਨੈਂਸ ਲੈ ਕੇ ਆਉਣੇ ਆ, ਜਿਹਦੇ 'ਚ ਮੈਂ ਮੋٹے ਤੌਰ ਤੇ ਤੁਹਾਨੂੰ ਦੱਸਦਾ ਕਿ ਕਿਸਾਨ ਦਾ ਅਤੇ ਆਮ ਲੋਕਾਂ ਦਾ ਕਿੱਥੇ ਨੁਕਸਾਨ ਹੋਣਾ ਹੈ। ਇੱਕ ਆਰਡੀਨੈਂਸ ਇਹਨਾਂ ਨੇ ਲੈ ਕੇ ਆਉਂਦਾ, ਇਸ ਤੋਂ ਪਹਿਲਾਂ ਕਾਨੂੰਨ ਸੀ ਕਿ ਕੋਈ ਵੀ ਵਪਾਰੀ ਇੱਕ ਹੱਦ ਤੱਕ ਕਿਸੇ ਵੀ ਚੀਜ਼ ਦਾ ਸਟਾਕ ਜਮ੍ਹਾਂ ਕਰ ਸਕਦਾ ਸੀ, ਚਾਹੇ ਆਲੂ ਹੋਵੇ, ਚਾਹੇ ਸੇਬ ਹੋਵੇ, ਚਾਹੇ ਚੌਲ ਹੋਣ, ਚਾਹੇ ਕੋਈ ਦਾਲ ਹੋਵੇ। ਮਤਲਬ ਖਾਣ ਪੀਣ ਦੀ ਕੋਈ ਵੀ ਵਸਤੂ ਇੱਕ ਹੱਦ ਤੱਕ ਸਟਾਕ ਕਰ ਸਕਦਾ ਸੀ। ਤੇ ਹੁਣ ਆਰਡੀਨੈਂਸ ਆਇਆ ਕਿ ਕੋਈ ਵੀ ਵਪਾਰੀ ਜਿੰਨਾ ਮਰਜ਼ੀ ਸਟਾਕ ਰੱਖ ਸਕਦਾ। ਜਦੋਂ ਵਪਾਰੀਆਂ ਨੇ ਸਾਰਾ ਸਟਾਕ ਇਕੱਠਾ ਕਰ ਲਿਆ ਤਾਂ ਫਿਰ ਉਹ ਆਪਣੀ ਮਨਮਰਜ਼ੀ ਦੇ ਰੇਟ ਵਸੂਲਣਗੇ। ਇਹ ਇਕੱਲਾ ਕਿਸਾਨ ਨਹੀਂ, ਸਾਡਾ ਖਰੀਦਦਾਰ, ਉਪਭੋਗਤਾ ਕਹਿ ਦਿੰਦੇ ਜਿਹਨੂੰ, ਉਹਨੂੰ ਵੀ ਬਹੁਤ ਜ਼ਿਆਦਾ ਮਹਿੰਗਾਈ ਦਾ ਸਾਹਮਣਾ ਕਰਨਾ ਪੈਣਾ ਜਦੋਂ ਇਹ ਚੀਜ਼ਾਂ ਸਰਕਾਰ ਦੇ ਹੱਥ 'ਚੋਂ ਨਿਕਲ ਕੇ ਵਪਾਰੀਆਂ ਕੋਲ ਚਲੇ ਗਈਆਂ। ਦੂਜਾ ਇੱਕ ਆਰਡੀਨੈਂਸ ਇਹਨਾਂ ਨੇ ਲੈ ਕੇ ਆਂਦਾ ਕਿ ਜ਼ਿਮੀਂਦਾਰ ਹੁਣ ਆਪਣੀ ਫਸਲ ਕਿਤੇ ਵੀ ਵੇਚ ਸਕਦਾ। ਦੋਸਤੋ, ਕਿੰਨੀ ਹਾਸੋਹੀਣੀ ਗੱਲ ਹੈ। ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦਾ। ਜੇ ਕਿਸਾਨ ਨੂੰ ਉਹਦੀ ਫਸਲ ਦਾ ਮੁੱਲ ਮੰਡੀ ਤੋਂ ਵੱਧ ਮਿਲਦਾ ਹੋਵੇ ਤਾਂ ਉਹ ਵੈਸੇ ਵੀ ਮੰਡੀ ਤੋਂ ਬਾਹਰ ਵੇਚ ਸਕਦਾ, ਕਿਉਂਕਿ ਪਹਿਲਾਂ ਵੀ ਲੋਕ ਜਦੋਂ ਕਣਕ ਦਾ ਰੇਟ ਵੱਧ ਜਾਂਦਾ ਚੱਕੀਆਂ ਵਾਲੇ ਭਰਾਵਾਂ ਨੂੰ ਵੇਚਦੇ ਸੀ। ਮਤਲਬ ਇਸ ਦਾ ਕੋਈ ਤਰਕ ਜਾਂ ਲੌਜਿਕ ਨਹੀਂ ਹੈਗਾ ਕਿ ਅਸੀਂ ਫਸਲ ਕਿਸਾਨ ਕਿਤੇ ਵੀ ਬਾਹਰ ਵੇਚ ਲਵੇ। BJP ਵੱਲੋਂ ਕਿਹਾ ਜਾ ਰਿਹਾ ਕਿ ਜਿਵੇਂ ਕਿ ਮੰਡੀਕਰਨ ਜਿਹੜਾ MSP ਮੁੱਦੇ ਦਾ ਜਿਵੇਂ ਕਿ ਮੰਡੀਕਰਨ ਨਹੀਂ ਤੋੜਿਆ ਜਾ ਰਿਹਾ।
ਕਿ ਉਹਦਾ ਹੈ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਜਾ ਕੇ ਵੇਚ ਸਕਦਾ। MSP ਦਾ ਮਕਸਦ ਕੀ ਹੁੰਦਾ ਜੀ? ਉਹਦਾ ਮਕਸਦ ਹੁੰਦਾ ਮਿਨੀਮਮ ਸਪੋਰਟ ਪ੍ਰਾਈਸ। ਅੱਜ ਮੱਕੀ ਦਾ ਮਿਨੀਮਮ ਸਪੋਰਟ ਪ੍ਰਾਈਸ 1500-1600 ਰੁਪਏ ਕੁਆਂਟਲ ਦੇ ਨੇੜੇ ਆ, ਤੇ ਮੰਡੀ 'ਚ ਉਹੀ ਮੱਕੀ ਦੀ ਫਸਲ 600 ਰੁਪਏ 550 ਰੁਪਏ ਨੂੰ ਵਿਕ ਰਹੀ ਆ। ਤੇ MSP ਤੋੜਨ ਨਾਲ ਜਾਂ ਨਾ ਤੋੜਨ ਨਾਲ ਤੁਸੀਂ ਕਿਵੇਂ ਸ਼ੋਰ ਕਰੋਗੇ ਕਿ ਤੁਹਾਡੀ ਕਣਕ, ਤੁਹਾਡੀ ਜੀਰੀ ਸਹੀ ਰੇਟ ਤੇ ਵਿਕੂਗੀ? ਉਹ ਤਾਂ ਵਪਾਰੀ ਹੁਣ 1600 ਰੁਪਏ ਵਾਲੀ ਚੀਜ਼ ਅੱਜ ਵੀ 600 ਤੇ ਲੈ ਰਿਹਾ, ਉਹਨਾਂ ਤੇ ਕੋਈ ਪਰਚਾ ਨਹੀਂ, ਕੋਈ ਉਹਦਾ ਪ੍ਰਬੰਧ ਨਹੀਂ। ਹੁਣ ਕੱਲ ਨੂੰ ਮੰਨ ਲਓ ਇਹਨਾਂ ਨੇ ਕਣਕ ਦੀ ਜਾਂ ਜੀਰੀ ਦਾ ਮਿਨੀਮਮ ਸਪੋਰਟ ਪ੍ਰਾਈਸ 2500 ਰੱਖਤਾ, ਜਦੋਂ ਵਪਾਰੀ ਨੇ ਕਹਿਣਾ ਮੈਂ ਤਾਂ ਲੈਣੀ ਓ ਨਹੀਂ 2500 ਨੂੰ, ਤੁਸੀਂ ਕੀ ਕਰੋਗੇ? ਤੁਸੀਂ ਕਿੰਨਾ ਚਿਰ ਉਹ ਕਣਕ ਜਾਂ ਜੀਰੀ ਘਰੇ ਸਟੋਰ ਕਰ ਲਓਗੇ? ਕਿੰਨਾ ਚਿਰ ਉਹ ਸਟਾਕ ਨੂੰ ਆਪਣੇ ਕੋਲ ਰੱਖੋਗੇ? ਤੁਸੀਂ ਕਿਹਾ ਕਿ ਸੁਖਬੀਰ ਆਪਣੀ ਕੁਰਸੀ ਬਚਾਉਣ ਲਈ ਇਹ ਕਰ ਰਿਹਾ ਕਿ ਜਿਵੇਂ ਕਿ ਆਨਲਾਈਨ ਕਿਸਾਨ ਆਪਣੀ ਬਿਲਕੁਲ ਦੇਖੋ, ਪਰ ਉਹ ਕਿਵੇਂ ਇੱਕ ਖੇਤਰੀ ਪਾਰਟੀ ਪੰਜਾਬ ਦੇ ਲੋਕਾਂ ਨੇ 5 ਵਾਰ ਮੁੱਖ ਮੰਤਰੀ ਬਣਾਇਆ ਸੁਖਬੀਰ ਸਿੰਘ ਬਾਦਲ ਦੇ ਪਿਤਾ ਜੀ ਨੂੰ, ਕਿੰਨਾ ਮਾਣ ਸਤਿਕਾਰ ਦਿੱਤਾ, ਪਰ ਅੱਜ ਸੁਖਬੀਰ ਸਿੰਘ ਬਾਦਲ ਇੱਕ ਕੈਬਨਿਟ ਦੀ ਕੁਰਸੀ ਆਪਣੀ ਘਰਦਿਆਂ ਲਈ, ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਕਰੋੜਾਂ ਲੋਕਾਂ ਨੂੰ ਧੋਖਾ ਦੇ ਰਿਹਾ ਹੈ ਤੇ ਲੋਕਾਂ ਨੂੰ ਮਿਸਗਾਈਡ ਕਰ ਰਿਹਾ ਹੈ, ਗੁੰਮਰਾਹ ਕਰ ਰਿਹਾ ਹੈ ਕਿ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿਸਾਨ ਆਪ ਵੇਚਣਗੇ। ਤਾਂ ਮੈਂ ਇੱਕ ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ ਕਿ ਜਿਵੇਂ ਗੋਭੀ, ਆਲੂ, ਹੋਰ ਵੀ ਫਸਲਾਂ ਜ਼ਿਮੀਂਦਾਰ ਸੜਕਾਂ ਤੇ ਬੈਠ ਕੇ ਵੇਚਦੇ ਨੇ, ਮੰਡੀਆਂ 'ਚ ਆ ਕੇ ਵੇਚਦੇ ਨੇ ਆਪਣੀ ਮਰਜ਼ੀ ਦੇ ਮੁੱਲ ਨਾਲ। ਕਦੇ ਆਲੂ 10 ਰੁਪਏ ਹੁੰਦਾ, ਕਦੇ 1 ਰੁਪਏ ਹੁੰਦਾ, ਤੇ ਲੱਖਾਂ ਰੁਪਏ ਦਾ ਘਾਟਾ ਪੈਂਦਾ ਕਿਸਾਨ ਨੂੰ। ਤੇ ਆਉਣ ਵਾਲੇ ਦਿਨਾਂ 'ਚ ਜੇ ਅਸੀਂ ਇਕੱਠੇ ਨਾ ਹੋਏ, ਜੇ ਪੰਜਾਬ ਦੇ ਲੋਕ ਇਸ ਮੁੱਦੇ ਤੇ ਇਕੱਠੇ ਨਾ ਹੋਏ, ਸਾਰੀਆਂ ਪਾਰਟੀਆਂ ਇਕੱਠੀਆਂ ਨਾ ਹੋਈਆਂ, ਤਾਂ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਕਣਕ, ਉਹ ਆਪਣੀ ਫਸਲ ਜੀਰੀ ਹੋ ਗਈ, ਝੋਨਾ ਹੋ ਗਿਆ, ਇਹਨਾਂ ਵਪਾਰੀਆਂ ਨੇ ਹਜ਼ਾਰ ਰੁਪਏ ਨੂੰ ਵੀ ਲੈਣ ਤੋਂ ਮਨਾ ਕਰ ਦੇਣਾ। ਫਿਰ ਆਪਾਂ ਉਹ ਫਸਲ ਨੂੰ ਕਿੱਥੇ ਲਿਜਾ ਕੇ ਵੇਚਾਂਗੇ? ਤੁਸੀਂ ਅੱਜ ਜਿਹੜਾ ਧਰਨਾ ਲਾਇਆ, ਮੰਗ ਪੱਤਰ ਵੀ ਦਿੱਤਾ, ਕੀ ਮੰਗਾ ਸੀ? ਜਿਵੇਂ ਕਿ ਇਹਦੇ 'ਚ ਕੀ ਅਸੀਂ ਦੇਖੋ ਜੀ, ਸਰਕਾਰ ਚੁਣਦੇ ਆ ਸਾਡੇ ਹੱਕਾਂ ਦੀ ਰਾਖੀ ਕਰਨ ਲਈ। ਮੋਦੀ ਦੀ ਸਰਕਾਰ ਚੁਣੀ ਸੀ, ਪਰ ਮੋਦੀ ਦੀ ਸਰਕਾਰ ਕਿਸਾਨਾਂ ਦੀ ਫਸਲ ਖਰੀਦਣ ਤੋਂ ਇਨਕਾਰੀ ਹੋਣਾ ਚਾਹੁੰਦੀ ਹੈ। ਉਹਦਾ ਕਾਰਨ ਹੈ ਪੰਜਾਬ ਇੱਕ ਛੋਟੀ ਸਟੇਟ ਹੈ, ਯੂਪੀ ਬਿਹਾਰ ਦੀਆਂ ਲੋੜਾਂ ਹੋਰ ਨੇ, ਸਾਡੀਆਂ ਹੋਰ ਨੇ। ਸੈਂਟਰ ਦੀ ਸਰਕਾਰ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਹੈ, ਕਿਉਂਕਿ ਤੁਸੀਂ ਪਤਾ ਕਰ ਲਿਓ ਯੂਪੀ 'ਚ ਕਣਕ ਦੀ ਫਸਲ ਦਾ ਰੇਟ 1000-1200 ਤੋਂ ਵੱਧ ਨਹੀਂ ਹੁੰਦਾ, ਕਿਉਂਕਿ ਉੱਥੇ ਮੰਡੀਕਰਨ ਬੋਰਡ ਨਹੀਂ ਹੈਗਾ। ਤੇ ਜਦੋਂ ਮੰਡੀਕਰਨ ਬੋਰਡ ਨਹੀਂ ਰਹੂਗਾ, ਜਿਹੜੀ ਸਾਨੂੰ ਮੰਡੀ ਦੀ ਫੀਸ ਆਉਂਦੀ ਆ, ਹਜ਼ਾਰਾਂ ਕਰੋੜ ਰੁਪਈਆ ਅਸੀਂ ਮੰਡੀ ਦੀ ਫੀਸ 'ਚ ਸਰਕਾਰ ਨੂੰ ਆਮਦਨ ਹੁੰਦੀ ਆ, ਉਸ ਫੀਸ ਨਾਲ ਸਾਡੇ ਹਜ਼ਾਰਾਂ ਮੁਲਾਜ਼ਮ, ਇਹਨਾਂ ਦੇ ਪਰਿਵਾਰ ਪਲਦੇ ਨੇ। ਸਾਡੇ ਪਿੰਡਾਂ ਦੀਆਂ ਸੜਕਾਂ ਤੁਸੀਂ ਦੇਖਿਆ ਹੋਣਿਆ ਵੀ ਪਿੰਡਾਂ ਦੀਆਂ ਸੜਕਾਂ ਤੇ ਬੋਰਡ ਲੱਗੇ ਹੁੰਦੇ ਨੇ ਮੰਡੀਕਰਨ ਬੋਰਡ। ਉਹ ਸੜਕ ਸਰਕਾਰ ਨੇ ਨਹੀਂ, ਸਾਡੀ ਮੰਡੀਕਰਨ ਬੋਰਡ ਦੀ ਫੀਸ ਨਾਲ ਬਣੀਆਂ ਹੋਈਆਂ ਸੜਕਾਂ ਹੁੰਦੀਆਂ ਨੇ। ਸਾਡਾ ਉਹ ਇਨਫਰਾਸਟ੍ਰਕਚਰ ਜਮਾ ਤਬਾਹ ਹੋ ਜਾਊਗਾ ਜੇ ਮੰਡੀਕਰਨ ਬੋਰਡ ਨਾ ਰਿਹਾ। ਇਹ ਬਿਲਡਿੰਗ ਬਣੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਮਾਰਕੀਟ ਕਮੇਟੀ, ਇਹ ਮੰਡੀਕਰਨ ਬੋਰਡ ਦੇ ਪੈਸੇ ਨਾਲ ਬਣੀਆਂ ਹੋਈਆਂ ਬਿਲਡਿੰਗਾਂ ਨੇ, ਜਿੱਥੋਂ ਸਾਡੇ ਪੰਜਾਬ ਦਾ ਸਾਰਾ ਖਰੀਦੋ ਫਰੋਖਤ ਫਸਲਾਂ ਦੀ ਚੱਲਦੀ ਹੈ। ਸਾਡੀਆਂ ਮੰਡੀਆਂ, ਹਜ਼ਾਰਾਂ ਕਰੋੜ ਰੁਪਈਆ ਸਾਡੀਆਂ ਮੰਡੀਆਂ ਤੇ ਲੱਗਿਆ ਹੋਇਆ ਹੈ। ਇਹ ਵਪਾਰੀ ਆਪਣੇ ਗਡਾਊਨ ਬਣਾਉਣਗੇ, ਸਿੱਧੀ ਫਸਲ ਖਰੀਦਣਗੇ, ਸਰਕਾਰ ਨੂੰ ਹਜ਼ਾਰਾਂ ਕਰੋੜ ਦਾ ਹਰ ਸਾਲ ਚੂਨਾ ਲੱਗਿਆ ਕਰੂਗਾ। ਤੇਲ ਮਹਿੰਗਾ ਹੋ ਰਿਹਾ, ਡੀਜ਼ਲ ਮਹਿੰਗਾ, ਤੇ ਕਿਸਾਨਾਂ ਨੂੰ ਕਿੰਨੀ ਵੱਡੀ ਮਾਰ ਪੈਣੀ ਹੈ। ਦੇਖੋ, ਝੋਨੇ ਦਾ ਸੀਜ਼ਨ ਜਦੋਂ ਸਭ ਤੋਂ ਜ਼ਿਆਦਾ ਲੋੜ ਪੈਂਦੀ ਹੈ ਜ਼ਿਮੀਂਦਾਰ ਨੂੰ ਤੇਲ ਦੀ, ਡੀਜ਼ਲ ਦੀ, ਤਾਂ ਅੱਜ ਪਿਛਲੇ ਦਿਨਾਂ 'ਚ ਹਰ ਦਿਨ 10 ਪੈਸੇ, 20 ਪੈਸੇ, 50 ਪੈਸੇ ਤੇਲ ਮਹਿੰਗਾ ਹੋ ਰਿਹਾ ਹੈ। 8-8, 10-10 ਰੁਪਏ ਦੇ ਕਰੀਬ ਡੀਜ਼ਲ ਮਹਿੰਗਾ ਹੋ ਗਿਆ। ਤੇ ਪਿਛਲੇ ਦਿਨਾਂ 'ਚ ਆਪਾਂ ਪਿਛਲੇ ਕਈ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਕਿ ਕਿਸਾਨਾਂ ਨੂੰ ਡੀਜ਼ਲ ਤੇ ਸਬਸਿਡੀ ਮਿਲਦੀ ਹੈ। ਸਰਕਾਰ ਕਾਗਜ਼ਾਂ 'ਚ ਹਜ਼ਾਰਾਂ ਕਰੋੜ ਰੁਪਈਆ ਸ਼ੋਅ ਕਰਦੀ ਆ, ਦਿਖਾਉਂਦੀ ਆ ਕਿ ਅਸੀਂ ਕਿਸਾਨਾਂ ਲਈ ਸਬਸਿਡੀ ਦਿੰਦੇ ਨੇ, ਤੇ ਮੋਦੀ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਲਗਭਗ ਬਰਾਬਰ ਲਿਆ ਕੇ ਖੜਾ ਕਰਤਾ। ਇਹ ਜ਼ਿਮੀਂਦਾਰਾਂ ਨੂੰ ਮਾਰਨ ਦੀ ਮਤਲਬ ਹਰ ਤਰ੍ਹਾਂ ਦੀ ਕੋਸ਼ਿਸ਼ ਮੋਦੀ ਸਰਕਾਰ ਵੱਲੋਂ ਹੋ ਰਹੀ ਹੈ ਕਿ ਪੰਜਾਬ ਦਾ ਜ਼ਿਮੀਂਦਾਰ ਬਿਲਕੁਲ ਤਬਾਹ ਹੋ ਜਾਵੇ। ਪਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹਦਾ ਅੱਜ ਵੀ, ਕੱਲ੍ਹ ਵੀ, ਪਰਸੋਂ ਵੀ ਵਿਰੋਧ ਕਰਦੇ ਰਹਾਂਗੇ, ਜਦੋਂ ਤੱਕ ਸਰਕਾਰ ਮਜਬੂਰ ਨਾ ਹੋ ਜੇ ਜ਼ਿਮੀਂਦਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ, ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ। ਅਸੀਂ ਸੜਕਾਂ ਤੇ ਉਤਰਦੇ ਰਹਾਂਗੇ। ਇਸ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਸ਼ਪਿੰਦਰ ਸਿੰਘ ਜੀ, ਜਿਨ੍ਹਾਂ ਨੇ ਕਿਹਾ ਕਿ ਜੇਕਰ ਤੇਲ ਦੀਆਂ ਕੀਮਤਾਂ ਦੀ ਨਾ ਘਟਾਈਆਂ ਗਈਆਂ ਕੇਂਦਰ ਸਰਕਾਰ ਵੱਲੋਂ, ਤਾਂ ਅਸੀਂ ਸੜਕਾਂ 'ਤੇ ਉਤਰਦੇ, ਜਿੱਥੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਨੂੰ ਬੁਲੰਦ ਕਰਦੇ ਰਹਾਂਗੇ, ਤੇ ਉੱਥੇ ਹੀ ਤੇਲ ਦੀ ਜਿਹੜੀ ਕੀਮਤ ਵੀ, ਜਿਹੜੀ ਕਿ ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਗਲੋਬਲ ਪੰਜਾਬ ਤੋਂ ਰਜਿੰਦਰ ਸਿੰਘ ਭੱਟ ਦੀ ਵਿਸ਼ੇਸ਼ ਰਿਪੋਰਟ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ। Roku ਅਤੇ Amazon Fire TV ਤੇ
ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।